Hello, dear students. Welcome to your own English learning channel, Truestone English Guru. I hope you all are doing really good. So, today's video is about writing task 2, both views plus opinion. ਸਾਨੂੰ ਬੱਚਿਆਂ ਨੇ ਬਹੁਤ ਕਮੈਂਟਸ ਔਰ ਮੈਸੇजेस ਕਰਕੇ ਰਿਕੁਐਸਟ ਕੀਤੀ ਸੀ ਕਿ ਅਸੀਂ ਟਾਸਕ 2 ਦੀ both views ਔਰ opinion ਤੇ ਵੀ ਵੀਡੀਓ ਲੈ ਕੇ ਆਈਏ. ਸੋ here it is. ਇਸ ਵੀਡੀਓ 'ਚ ਅਸੀਂ ਬਹੁਤ ਸਾਰੇ ਨਵੇਂ ਸਟਰਕਚਰਸ, ਟੌਪਿਕ ਸੈਂਟੈਂਸਸ, ਕੋਲੋਕੇਸ਼ਨਸ, ਬਹੁਤ ਸਾਰੇ ਫਾਰਮੂਲਾਸ ਡਿਸਕਸ ਕੀਤੇ ਨੇ. ਸੋ ਤੁਸੀਂ ਇਹ ਵੀਡੀਓ ਐਂਡ ਤੱਕ ਦੇਖੋ. ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੇਗੀ. ਯੂ ਵਿਲ ਲਰਨ ਅ ਲੋਟ ਆਫ ਥਿੰਗਸ ਫਰਮ ਦਿਸ ਵੀਡੀਓ. So what are you waiting for? Let's get started. Now let's look at the statement. People are now living longer than ever before and many people are unable to look after themselves. Some people believe that it is a responsibility of families to look after the elderly, while others say that government should provide retirement homes for them where they can be looked after properly. Discuss both views and give your opinion. ਹੁਣ ਸਟੇਟਮੈਂਟ ਹੈ ਪੀਪਲ ਆਰ ਨਾਓ ਲਿਵਿੰਗ ਲੌਂਗਰ ਦੈਨ ਐਵਰ ਕਿ ਅੱਜ ਕੱਲ ਲੋਕ ਜਿਹੜੇ ਨੇ ਪਹਿਲਾਂ ਨਾਲੋਂ ਜ਼ਿਆਦਾ ਜੀ ਰਹੇ ਨੇ ਐਂਡ ਮੈਨੀ ਪੀਪਲ ਆਰ ਅਨਏਬਲ ਟੂ ਲੁੱਕ ਆਫਟਰ ਦੈਮਸੈਲਵਸ ਔਰ ਬਹੁਤ ਸਾਰੇ ਲੋਕ ਬਿਕਾਜ਼ ਆਫ देयर ਏਜ ਆਰ ਅਨਏਬਲ ਟੂ ਲੁੱਕ ਆਫਟਰ ਦੈਮਸੈਲਵਸ. ਲੁੱਕ ਆਫਟਰ ਮੀਨਸ ਟੇਕ ਕੇਅਰ, ਆਪਣਾ ਧਿਆਨ ਰੱਖਣਾ, ਰਾਈਟ? ਦੈਮਸੈਲਵਸ ਆਪਣਾ ਧਿਆਨ ਨਹੀਂ ਰੱਖ ਪਾ ਰਹੇ. So some people believe that it is the responsibility of families to look after the elderly. ਕੁਝ ਲੋਕ ਇਹ ਮੰਨਦੇ ਨੇ ਕਿ ਇਹ families ਦੀ, ਜਿਹੜੇ elderly ਲੋਕ ਨੇ ਉਹਨਾਂ ਦੀ families ਦੀ, ਉਹਨਾਂ ਦੇ ਬੱਚਿਆਂ ਦੀ, ਅੱਗੇ grandchildren ਦੀ responsibility ਹੈ ਕਿ ਉਹ ਆਪਣੇ elderly ਦਾ ਧਿਆਨ ਰੱਖਣ, while others say that government should provide retirement homes for them. ਕਿ government ਦੀ responsibility ਹੈ ਕਿ ਉਹ elderly ਲੋਕਾਂ ਨੂੰ old age homes ਜਾਂ retirement homes provide ਕਰੇ where they can be looked after properly, ਜਿੱਥੇ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਸਕੇ. Discuss both views and give your opinion. ਅਸੀਂ ਇਹ 'ਚ both views discuss ਕਰਾਂਗੇ ਔਰ ਆਪਣੀ opinion ਦਵਾਂਗੇ. ਇਹਦੇ 'ਚ ਵੀ ਅਸੀਂ 4 ਪੈਰਾਗ੍ਰਾਫਸ ਬਣਾਵਾਂਗੇ: introduction, BP1, BP2 and conclusion. So ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਾ ਕੇ ਸਾਡੀ ਅਗਰੀ ਡਿਸਐਗਰੀ ਦੀ ਵੀਡੀਓ ਵੀ ਦੇਖੋ, ਰਾਈਟਿੰਗ ਟਾਸਕ 2 ਦੀ. ਉਹਦੇ ਨਾਲ ਤੁਹਾਨੂੰ ਕਾਫੀ ਕਲੈਰਿਟੀ ਹੋਏਗੀ, ਸਟਰਕਚਰ ਬਾਰੇ ਪਤਾ ਚੱਲੇਗਾ ਕਿ ਲਾਈਨਾਂ ਕਿੱਦਾਂ ਬਣਾਉਣੀਆਂ. ਇਹਦੇ 'ਚ ਅਸੀਂ ਦੇਖਾਂਗੇ ਕਿ ਅਸੀਂ ਲਾਈਨਸ ਕਿੱਦਾਂ ਫਰੇਮ ਕਰਨੀਆਂ. ਹੁਣ ਜਿੱਦਾਂ ਇਹਦੇ 'ਚ ਦੇਖਣਾ ਹੈ ਕਿ ਇੰਟਰੋਡਕਸ਼ਨ ਜਿਹੜੀ ਸਾਡੀ ਹੋਏਗੀ ਉਹ ਇਹਨਾਂ ਜਿਹੜਾ ਕੁਐਸਚਨ ਸਾਨੂੰ ਦਿੱਤਾ ਹੈ, ਇਹ ਜਿਹੜੇ ਕੁਐਸਚਨਸ ਦੇ ਜਵਾਬ ਅਸੀਂ ਇੰਟਰੋਡਕਸ਼ਨ 'ਚ ਦੇਵਾਂਗੇ. ਜਿੰਨੀਆਂ ਲਾਈਨਾਂ ਕੁਐਸਚਨ 'ਚ ਨੇ ਉਨੀਆਂ ਹੀ ਲਾਈਨਾਂ ਅਸੀਂ ਇੰਟਰੋਡਕਸ਼ਨ 'ਚ ਦੇਵਾਂਗੇ. ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਸਾਡੇ ਪੁਰਾਣੀ ਵੀਡੀਓ 'ਚ ਰਾਈਟਿੰਗ ਟਾਸਕ 2 ਦੀ, ਤੁਸੀਂ ਉਹ ਜਾ ਕੇ ਦੇਖੋ. ਸੋ ਹੁਣ ਅਸੀਂ ਦੇਖਾਂਗੇ ਕਿ ਅਸੀਂ ਇੰਟਰੋਡਕਸ਼ਨ ਕਿੱਦਾਂ ਫਰੇਮ ਕਰਨੀ ਹੈ, ਕਿੱਦਾਂ ਸੈਂਟੈਂਸ ਬਣਾਉਣੇ ਨੇ, ਕੰਪਲੈਕਸ ਸੈਂਟੈਂਸਸ ਕਿੱਦਾਂ ਬਣਾਉਣੇ ਨੇ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, BP1 BP2 'ਚ ਕਿਹੜੇ ਪੁਆਇੰਟਸ ਡਿਸਕਸ ਕਰਨੇ. ਆਓ ਸ਼ੁਰੂ ਕਰਦੇ ਹਾਂ. ਸੋ ਹੁਣ ਕੁਐਸਚਨ ਵੱਲ ਦੇਖੋ. ਸਾਡੀ ਕੁਐਸਚਨ ਦੇ ਵਿੱਚ ਜਿੰਨੀਆਂ ਲਾਈਨਾਂ ਉਨੇ ਹੀ ਅਸੀਂ ਇੰਟਰੋਡਕਸ਼ਨ 'ਚ ਲਾਈਨਾਂ ਦੇਣੀਆਂ. ਹੁਣ ਇਹ 'ਚ ਤੁਸੀਂ ਦੇਖੋ 1 2 ਤੇ 3 ਲਾਈਨਸ ਨੇ. ਸਾਡੀ ਪਹਿਲੀ ਲਾਈਨ ਦੇਖੋ, ਪੀਪਲ ਆਰ ਨਾਓ ਲਿਵਿੰਗ ਲੌਂਗਰ ਦੈਨ ਐਵਰ ਬਿਫੋਰ ਐਂਡ ਮੈਨੀ ਪੀਪਲ ਆਰ ਅਨਏਬਲ ਟੂ ਲੁੱਕ ਆਫਟਰ ਦੈਮਸੈਲਵਸ. ਹੁਣ ਅਸੀਂ ਪਹਿਲੀ ਲਾਈਨ ਕਿੱਦਾਂ ਬਣਾਉਣੀ ਹੈ? ਅਸੀਂ ਆਲਰੇਡੀ ਸਟਰਕਚਰ ਨੂੰ ਡਿਸਕਸ ਕਰ ਚੁੱਕੇ ਆਪਣੀ ਪੁਰਾਣੀ ਰਾਈਟਿੰਗ ਟਾਸਕ 2 ਦੀ ਵੀਡੀਓ 'ਚ. ਹੁਣ ਅੱਜ ਅਸੀਂ ਸਿੱਖਾਂਗੇ ਇੱਕ ਨਵਾਂ ਸਟਰਕਚਰ. ਬੱਚੋ ਅਸੀਂ ਜਿੰਨੇ ਵੀ ਸਟਰਕਚਰ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਉਹ ਸਟਰਕਚਰ ਕਿਤੇ ਵੀ ਯੂਜ਼ ਕਰ ਸਕਦੇ ਹੋ. ਬਸ ਤੁਸੀਂ ਇਹ ਦੇਖਣਾ ਹੈ ਕਿ ਗ੍ਰਾਮੈਟਿਕਲੀ ਬਿਲਕੁਲ ਕਰੈਕਟ ਹੋਣ ਔਰ ਸਟਰਕਚਰ ਉਸ ਕੁਐਸਚਨ ਦੇ ਹਿਸਾਬ ਨਾਲ ਫਿੱਟ ਬੈਠਣ. ਹੁਣ ਇਹ ਤੁਸੀਂ ਦੇਖੋ ਸਟਰਕਚਰ ਸਾਡਾ ਅਸੀਂ ਅੱਜ ਨਵਾਂ ਕਰਾਂਗੇ, ਬਟ ਇਹ ਕਰਨ ਤੋਂ ਪਹਿਲਾਂ ਬੱਚੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਟੈਂਪਲੇਟਸ ਦਾ ਯੂਜ਼ ਨਹੀਂ ਕਰਨਾ, ਬਿਕਾਜ਼ ਬਹੁਤ ਸਾਰੇ ਬੱਚੇ ਟੈਂਪਲੇਟਸ ਤੇ ਡਿਪੈਂਡੈਂਟ ਹੁੰਦੇ ਨੇ ਔਰ ਟੈਂਪਲੇਟ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਡੇ ਬੈਂਡ ਸਕੋਰ 5.5 ਤੇ ਹੀ ਅਟਕ ਜਾਂਦੇ ਨੇ, ਉਹ ਤੋਂ ਉੱਤੇ ਨਹੀਂ ਵੱਧ ਸਕਦੇ. ਔਰ ਟੈਂਪਲੇਟ ਦੀ ਯੂਸੇਜ ਬਾਰੇ IDP ਤੇ ਵੀ ਅਫੀਸ਼ੀਅਲ ਸਾਈਟ ਤੇ ਵੀ ਦਿੱਤਾ ਹੋਇਆ ਕਿ ਟੈਂਪਲੇਟ ਯੂਸੇਜ ਇਜ਼ ਬੈਂਡ, ਰਾਈਟ? ਕਿ ਟੈਂਪਲੇਟਸ ਨਾ ਹੀ ਯੂਜ਼ ਕੀਤੇ ਜਾਣ. ਸੋ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਨੂੰ ਸਬਸਕ੍ਰਾਈਬ ਕਰਦੇ ਰਹੋ ਔਰ ਅਸੀਂ ਤੁਹਾਨੂੰ ਆਉਣ ਵਾਲੀ ਵੀਡੀਓ 'ਚ ਇੰਨਾ ਕੁ ਜ਼ਿਆਦਾ ਗ੍ਰਾਮਰ 'ਚ ਸਟਰੋਂਗ ਕਰ ਦਾਂਗੇ, ਇੰਨੇ ਜ਼ਿਆਦਾ ਸਟਰਕਚਰਸ ਕਰਾ ਦਾਂਗੇ ਕਿ ਤੁਹਾਨੂੰ ਟੈਂਪਲੇਟਸ ਤੇ ਡਿਪੈਂਡੈਂਟ ਹੋਣ ਦੀ ਲੋੜ ਪੈਣੀ ਹੀ ਨਹੀਂ ਹੈ. ਸੋ ਸਟੇ ਟਿਊਨਡ. ਚਲੋ ਹੁਣ ਸ਼ੁਰੂ ਕਰਦੇ ਅਸੀਂ ਆਪਣੇ ਸਟਰਕਚਰ ਦੀ ਪਹਿਲੀ ਲਾਈਨ. ਅਸੀਂ ਪਹਿਲੀ ਲਾਈਨ ਕਿੱਦਾਂ ਬਣਾਉਣੀ? ਹੁਣ ਸਾਡਾ ਸਟਰਕਚਰ ਹੈ ਅੱਜ ਦਾ gone are the days when. ਉਸ ਤੋਂ ਬਾਅਦ ਅਸੀਂ ਯੂਜ਼ ਕਰਾਂਗੇ past tense, then comma, but now ਜਾਂ thanks to, and then present tense. I repeat, ਅਸੀਂ ਸ਼ੁਰੂ ਕਰਾਂਗੇ gone are the days when ਤੋਂ ਬਾਅਦ past tense ਯੂਜ਼ ਕਰਾਂਗੇ, but now ਜਾਂ thanks to ਤੋਂ ਕੋਈ ਵੀ ਚੀਜ਼, then present tense. Let's have one example. Gone are the days when every work was done manually.
ਸੋ ਉਹ ਦਿਨ ਗਏ ਜਦ ਹਰ ਕੰਮ every work was done already past tense use ਕੀਤਾ manually means ਹੱਥ ਨਾਲ ਕੰਮ ਕਰਦੇ ਸੀ but now with the help of machines work has become a cakewalk ਹੁਣ ਲਾਈਨ ਦੇਖੋ but now with the help of machines ਦੀ ਮਦਦ ਦੇ ਨਾਲ work ਦੀ ਗੱਲ ਹੋਈ ਹੈ has become present tense use ਕੀਤਾ ਸੀ a cakewalk means very easy ਹੁਣ ਇਸ ਸਟਰਕਚਰ ਚ ਅਸੀਂ ਦੋ ਇੱਕੋ ਚੀਜ਼ work ਬਾਰੇ ਗੱਲ ਕੀਤੀ ਔਰ ਉਹਨਾਂ ਨੂੰ ਅਸੀਂ past ਔਰ present ਦਾ ਕੰਪੈਰੀਜ਼ਨ ਦੇਤਾ ਕਿ past ਚ ਕਿੰਨਾ ਸੀ ਤੇ present ਚ ਕਿੰਨਾ ਇੱਕ ਹੋਰ ਐਗਜ਼ਾਮਪਲ ਦੇਖੋ gone are the days when people had to wait for their favorite TV shows so ਉਹ ਦਿਨ ਗਏ ਜਦ ਲੋਕਾਂ ਨੂੰ had to wait ਦੇਖੋ past tense right for their favorite TV shows ਆਪਣੇ favorite TV shows ਲਈ wait ਕਰਨੀ ਪੈਂਦੀ ਸੀ thanks to ਹੁਣ ਉੱਥੇ ਅਸੀਂ thanks to ਲੈ ਲਿਆ thanks to the streaming services ਕਿਹੜੀਆਂ OTT ਜਿੱਦਾਂ Netflix Amazon Prime Disney Hotstar ਬਹੁਤ ਸਾਰੀ streaming services ਨੇ ਅਸੀਂ online ਦੇਖਦੇ ਹਾਂ now all the movies and TV shows are one click away ਕਿ thanks to the streaming services ਕਿ ਅੱਜ ਕੱਲ ਸਾਰੀ movies ਜਾਂ TV shows are one click away ਮਤਲਬ ਸਾਡੇ ਹੱਥ 'ਚ ਅਸੀਂ ਕਦੇ ਵੀ ਰਿਮੋਟ ਫੜਦੇ ਹਾਂ on ਕਰਦੇ ਹਾਂ TV and we can watch ਸਾਨੂੰ ਵੇਟ ਕਰਨ ਦੀ ਲੋੜ ਨਹੀਂ ਹੈ ਸੋ ਇਹ 'ਚ ਵੀ ਦੇਖੋ ਅਸੀਂ past ਔਰ present ਦਾ ਕੰਪੈਰੀਜ਼ਨ ਕੀਤਾ ਕਿ ਪਹਿਲਾਂ ਸਾਨੂੰ ਲੋੜ ਪੈਂਦੀ ਸੀ ਵੇਟ ਕਰਨ ਦੀ ਪਰ ਹੁਣ ਵੇਟ ਕਰਨ ਦੀ ਲੋੜ ਨਹੀਂ ਹੈ ਇੱਕ ਹੋਰ ਐਗਜ਼ਾਮਪਲ ਦੇਖੋ gone are the days when handmade checks were the main form of payment so ਉਹ ਦਿਨ ਗਏ ਜਦ ਲੋਕੀ ਚੈੱਕ ਦੇ ਥਰੂ ਪੇਮੈਂਟ ਕਰਦੇ ਸੀ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਚੈੱਕ ਟ੍ਰਾਂਸਫਰ ਚੈੱਕ ਜਮਾ ਕਰਾਉਂਦੇ ਸੀ ਫਿਰ ਚੈੱਕ ਪਾਸ ਹੋਣ ਦੀ ਵੇਟ ਕਰਨੀ ਪੈਂਦੀ ਸੀ ਇਟ ਵਾਸ ਅ ਹੈਕਟਿਕ ਥਿੰਗ ਰਾਈਟ ਸੋ ਉਹ ਦਿਨ ਗਏ thanks to digital transactions ਕਿ ਅੱਜ ਕੱਲ ਅਸੀਂ digitally Google Pay e-banking ਦੇ through transactions ਕਰ ਲੈਂਦੇ ਆ now transferring the money anytime anywhere is not a big job ਕਿ thanks to digital transactions ਕਿ ਹੁਣ ਮਨੀ ਟ੍ਰਾਂਸਫਰ ਕਰਨਾ ਕਿਸੇ ਟਾਈਮ ਵੀ ਜਾਂ ਕਿਤੇ ਵੀ ਇੱਕ ਵੱਡੀ ਗੱਲ ਨਹੀਂ ਹੈ ਹੁਣ ਅਸੀਂ ਦੇਖਾਂਗੇ ਕਿ ਅਸੀਂ ਇਸ ਸਟਰਕਚਰ ਨੂੰ ਅਸੀਂ ਆਪਣੀ ਜਿਹੜੀ ਸਾਡਾ ਕੁਐਸਚਨ ਹੈ ਕੁਐਸਚਨ ਦੀ ਪਹਿਲੀ ਲਾਈਨ ਹੈ ਉਹਦੇ ਚ ਕਿੱਦਾਂ ਫਿਟ ਕਰਨਾ ਹੁਣ ਦੇਖੋ ਸਾਡਾ ਕੁਐਸਚਨ people are now living longer than ever before and many people are unable to look after themselves ਹੁਣ ਅੱਜਕੱਲ ਦੇ ਲੋਕ ਕਿਉਂ ਪਹਿਲਾਂ ਨਾਲੋਂ ਜ਼ਿਆਦਾ ਜੀ ਰਹੇ ਨੇ because of the medical facilities ਕਿ ਪਹਿਲਾਂ medical facilities ਇੰਨੀਆਂ ਨਹੀਂ ਸੀ but ਹੁਣ ਮੈਡੀਕਲ ਫੈਸਿਲਿਟੀਜ਼ ਬਹੁਤ ਜ਼ਿਆਦਾ ਐਡਵਾਂਸ ਨੇ ਹਰ ਇੱਕ ਬਿਮਾਰੀ ਦਾ ਇਲਾਜ ਆ ਗਿਆ ਸੋ ਚਲੋ ਫਿਟ ਕਰਨੇ ਵਿੱਚ ਸੋ gone are the days when ਇੱਥੇ ਤੱਕ ਆਲਰੇਡੀ ਸਾਨੂੰ ਸਟਰਕਚਰ ਦੱਸਿਆ gone are the days when ਹੁਣ ਇਸ ਤੋਂ ਬਾਅਦ ਅਸੀਂ past tense यूज करना है ਸੋ ਸਾਡਾ past tense died ਆ ਜਾਏਗਾ died of when people died of various ailments at an early age. So ailments means diseases, बीमारियां. साडा past tense हो गया. Thanks to the advancements in the field of medicine, people are now gifted with longevity in the most parts of the world. ਹੁਣ ਤੁਸੀਂ ਦੇਖੋ ਅਸੀਂ ਕੀ ਲਿਖਿਆ ਸਾਡੀ ਲਾਈਨ ਪਹਿਲੀ ਲਾਈਨ ਅਸੀਂ ਸਟਰਕਚਰ ਨਹੀਂ ਯੂਜ਼ ਕੀਤਾ ਅਸੀਂ ਗੱਲ ਕੀਤੀ gone are the days when people ਕਿਉਂਕਿ people ਦੀ ਗੱਲ ਹੋਈ ਸੀ ਅਸੀਂ ਇੱਥੇ ਲਿਖਾਂਗੇ people died of various ailments at an early age ਕਹਿੰਦੇ ਉਹ ਦਿਨ ਗਏ ਜਦ ਲੋਕੀ ਮਰ ਜਾਂਦੇ ਸੀ ਬਿਕਾਜ਼ ਆਫ ਡਿਫਰੈਂਟ ਬਿਮਾਰੀਆਂ ਇੱਕ ਜਲਦੀ ਉਮਰ ਦੇ ਵਿੱਚ ਜਲਦੀ ਮਰ ਜਾਂਦੇ ਸੀ ਐਟ ਐਨ अर्ਲੀ ਏਜ ਬਿਕਾਜ਼ ਆਫ ਵੇਰੀਅਸ ਏਲਮੈਂਟਸ ਬਿਮਾਰੀਆਂ ਕਰਕੇ ਹੁਣ ਉਹ ਦਿਨ ਗਏ ਥੈਂਕਸ ਟੂ ਦੀ ਐਡਵਾਂਸਮੈਂਟਸ ਇਨ ਦੀ ਫੀਲਡ ਆਫ ਮੈਡੀਸਿਨ ਹੁਣ ਬਿਕਾਜ਼ ਆਫ ਦੀ ਮੈਡੀਸਿਨ ਇੰਨੀਆਂ ਤਰ੍ਹਾਂ ਦੀਆਂ ਦਵਾਈਆਂ ਇੰਜੈਕਸ਼ਨਸ ਇਲਾਜ ਆ ਗਏ ਹੈ ਕਿ ਇਹਦੇ ਥੈਂਕਸ ਟੂ ਦਾ ਕਿਉਂਕਿ ਡਿਫਰੈਂਟ ਐਡਵਾਂਸਮੈਂਟਸ ਹੋ ਗਏ ਇਨ ਦ ਫੀਲਡ ਆਫ ਮੈਡੀਸਿਨ ਹੁਣ ਦੇ ਲੋਕ ਪੀਪਲ ਆਰ ਨਾਓ ਗਿਫਟਡ ਵਿਦ longevity ਮੀਨਸ ਲੰਬੀ ਉਮਰ ਲੌਂਗ ਲਾਈਫ
ਅੱਜਕੱਲ ਦੇ ਲੋਕਾਂ ਨੂੰ ਇਹ ਵਰਦਾਨ ਮਿਲ ਗਿਆ ਬਿਕਾਜ਼ ਆਫ ਦ ਮੈਡੀਸਿਨਲ ਫੀਲਡ ਕਿ ਉਹਦੇ ਚ ਇਨੀ ਐਡਵਾਂਸਮੈਂਟਸ ਹੋ ਗਈਆਂ, ਲੋਕੀ ਉਹ ਲੰਬੀ ਉਮਰ ਭੋਗ ਰਹੇ ਨੇ ਇਨ ਮੋਸਟ ਪਾਰਟਸ ਆਫ ਦ ਵਰਲਡ, ਇਨ ਦੀ ਮੋਸਟ ਪਾਰਟਸ ਆਫ ਦ ਵਰਲਡ। ਅਸੀਂ ਦੋਨੋਂ ਸਟੇਟਮੈਂਟਸ ਦਾ ਕੰਪੈਰੀਜ਼ਨ ਕਰ ਦਿੱਤਾ। ਪਹਿਲੇ ਚ ਗੱਲ ਕਰਦੇ ਸੀ ਕਿ ਪਾਸਟ ਚ ਕਿੱਦਾਂ ਸੀ ਤੇ ਹੁਣ ਪ੍ਰੈਜ਼ੈਂਟ ਚ ਕਿੱਦਾਂ, ਇਸ ਸਟਰਕਚਰ ਨੂੰ ਯੂਜ਼ ਕਰਕੇ। ਚਲੋ ਹੁਣ ਵਧਦੇ ਹਾਂ, ਹੁਣ ਇਹ ਤਾਂ ਹੋ ਗਿਆ ਸਾਡੀ ਪਹਿਲੀ ਲਾਈਨ। ਹੁਣ ਅਸੀਂ ਵਧਦੇ ਹਾਂ ਆਪਣੀ ਸੈਕੰਡ ਲਾਈਨ ਆਫ ਦ ਕੁਐਸਚਨ, ਜਿਹ ਚ ਅਸੀਂ ਹੈ some people believe that it is the responsibility of families to look after the elderly, while others say that government should provide retirement homes for them where they can be looked after properly। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੀ ਸੈਕੰਡ ਲਾਈਨ ਕਿੱਦਾਂ ਬਣਾਣੀ ਹੈ। ਹੁਣ ਟਾਕਿੰਗ ਅਬਾਊਟ ਸੈਕੰਡ ਲਾਈਨ, ਅਸੀਂ ਦੇਖਦੇ ਸਾਡੀ ਸੈਕੰਡ ਲਾਈਨ ਕੀ ਹੈ। some people believe that it is responsibility of families to look after the elderly, while others say that government should provide retirement homes for them where they can be looked after properly। ਹੁਣ ਅਸੀਂ ਪਹਿਲਾ ਹਿੱਸਾ ਦੇਖਦੇ ਹਾਂ। some people believe that it is responsibility of families to look after the elderly। ਹੁਣ ਅਸੀਂ ਕੀ ਕੀਤਾ, ਆ ਦੇਖੋ ਲਿਖਿਆ some people ਦੀ ਜਗ੍ਹਾ ਤੁਸੀਂ few masses ਵੀ ਲਿਖ ਸਕਦੇ ਹੋ, believe ਦੀ ਜਗ੍ਹਾ ਅਸੀਂ ਲੈ ਲਿਆ argue that। ਹੁਣ ਇਹਦੇ ਵਿੱਚ ਸਾਡਾ ਇੱਕ word ਹੈ, it is responsible for families to look after ਦਾ synonym ਹੈ ਸਾਡੇ ਕੋਲ take care, because look after ही verb है, look ਜਿਹੜਾ verb है ਇਹਦਾ ਅਸੀਂ synonym ਲੈ ਲਿਆ take care, right। so ਹੁਣ ਅਸੀਂ ਇੱਥੇ ਲਿਖਿਆ taking care, ਇਹ ਅਸੀਂ use ਕੀਤਾ participle। now what is participle ਜਦ ਵੀ ਅਸੀਂ verb ਦੀ first form ਨਾਲ ing ਲਗਾ ਦਈਏ ਔਰ ਸ਼ੁਰੂਆਤ sentence ਦੀ ਸ਼ੁਰੂਆਤ ਇਹਦੇ ਨਾਲ ਕਰੀਏ, then it is called participle। ਹੁਣ ਅਸੀਂ ਦੇਖੀਏ, ਜਿਵੇਂ ਸਾਡਾ ਐਗਜ਼ਾਮਪਲ ਇੱਕ ਦੇਖੋ, singing is my hobby। ਹੁਣ sing ਜਿਹੜਾ verb ਦੀ first form ਹੈ plus ing ਲਗਾਤਾ, singing is my hobby मतलब गाना मेरी hobby है। then parking is prohibited here, sticking bills is prohibited here। ਹੁਣ parking park ਦੇ ਨਾਲ ਅਸੀਂ ing ਲਗਾਤਾ, stick ਦੇ ਨਾਲ ing ਲਗਾਤਾ, sticking bills। so ਕਿ ਇੱਥੇ parking ਕਰਨਾ ਮਨਾ ਹੈ ਜਾਂ ਇੱਥੇ ਇਸ਼ਤਿਹਾਰ ਲਾਣਾ ਮਨਾ ਹੈ, ਤੁਸੀਂ ਆਮ ਪੜਿਆ ਹੋਣਾ ਦੀਵਾਰਾਂ ਤੇ। playing sports is good for health, so play ਦੇ ਨਾਲ ਅਸੀਂ ing ਲਗਾਤਾ ਕਿ ਖੇਡਾਂ ਖੇਡਣੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਨੇ। ਸੋ ਅਸੀਂ ਇਸੇ ਸਟਰਕਚਰ ਦਾ ਇਸਤੇਮਾਲ ਇੱਥੇ ਵੀ ਕੀਤਾ। ਦੇਖੋ ਟੇਕ ਸੀ ਸਾਡੇ ਕੋਲ, ਲੁੱਕ ਆਫਟਰ ਦਾ ਸਿਨੋਨਿਮ ਆ ਗਿਆ ਟੇਕ ਕੇਅਰ। ਸੋ ਅਸੀਂ ਟੇਕ ਦੇ ਨਾਲ, ਟੇਕ ਸਾਡਾ ਵਰਬ ਹੈ, ਉਹਦੇ ਨਾਲ ਅਸੀਂ ing ਲਗਾਤਾ। ਸੋ ਵਰਬ ਦੀ ਫਸਟ ਫਾਰਮ ਪਲੱਸ ing। ਦ ਟੇਕਿੰਗ ਕੇਅਰ ਆਫ 올ਡ ਏਜ, ਐਲਡਰਲੀ ਦੀ ਜਗ੍ਹਾ ਅਸੀਂ ਲਗਾ ਦਿੱਤਾ 올ਡ ਏਜ। ਇਜ਼, ਇੱਥੇ ਵੀ ਦੇਖੋ ਅਸੀਂ ਇਜ਼ ਦਾ ਇਸਤੇਮਾਲ ਕੀਤਾ, ਅਸੀਂ ਅਕੋਰਡਿੰਗ ਟੂ ਇਹ ਦੇਖ ਲਾਂਗੇ। ਸੋ ਇਜ਼ ਅ ਫੈਮਿਲੀਜ਼ ਰਿਸਪੌਂਸਿਬਿਲਿਟੀ, ਇਟ ਇਜ਼ ਰਿਸਪੌਂਸਿਬਿਲਿਟੀ ਆਫ ਫੈਮਿਲੀ, ਅਸੀਂ ਇਹਦੀ ਜਗ੍ਹਾ ਲਿਖਤਾ ਇਜ਼ ਅ ਫੈਮਿਲੀਜ਼ ਰਿਸਪੌਂਸਿਬਿਲਿਟੀ। ਇੱਥੇ ਤੱਕ ਸਾਡੀ ਲਾਈਨ ਕਲੀਅਰ ਹੋ ਗਈ। ਹੁਣ ਨੈਕਸਟ ਪਾਰਟ ਦੇਖੋ, while others say that government should provide retirement homes for them where they can be looked after properly। on the other hand, क्योंकि opposite ਗੱਲ ਹੋ ਰਹੀ ਹੈ ਇੱਥੇ ਅਸੀਂ ਲਿਖਤਾ on the other hand, while others say ਇੱਥੇ ਅਸੀਂ ਲਿਖਤਾ others believe, ਅਸੀਂ ਇਹਨੂੰ ਰੀਪਲੇਸ ਕਰਤਾ that government must। ਹੁਣ ਕਿਉਂਕਿ ਸਾਡੇ ਇੱਥੇ ਦਿੱਤਾ ਹੈ should, ਹੁਣ should ਦੀ ਜਗ੍ਹਾ ਅਸੀਂ ਯੂਜ਼ ਕੀਤਾ must। ਹਮੇਸ਼ਾ ਜੇ ਅਸੀਂ should ਨੂੰ ਰੀਪਲੇਸ ਕਰਨਾ ਤਾਂ ਉਹਦੀ ਜਗ੍ਹਾ ਅਸੀਂ must ਦਾ ਇਸਤੇਮਾਲ ਕਰਾਂਗੇ। ਇਨੀਸ਼ੀਏਟ ਸਕੀਮਸ, ਇਨੀਸ਼ੀਏਟ ਮੀਨਸ ਸ਼ੁਰੂ ਕਰਨੀ ਚਾਹੀਦੀ ਹੈ, ਸ਼ੁਰੂਆਤ ਕਰਨੀ ਚਾਹੀਦੀ ਹੈ ਸਰਕਾਰ ਨੂੰ। ਸਕੀਮਸ ਜਿਵੇਂ ਕਿ ਸਚ ਐਜ਼ 올ਡ ਏਜ ਹੋਮਸ। ਹੁਣ ਰਿਟਾਇਰਮੈਂਟ ਹੋਮਸ ਦੀ ਜਗ੍ਹਾ ਅਸੀਂ ਲੈ ਲਿਆ ਸਿਨੋਨਿਮ 올ਡ ਏਜ ਹੋਮਸ। as ਨਾਲ ਅੱਗੇ ਰੀਜ਼ਨ ਵੀ ਦੇਤਾ, as young people are staying away from home for work, ਕਿਉਂਕਿ ਜਿਹੜੇ ਯੰਗ ਲੋਕ ਨੇ, ਜਵਾਨ ਲੋਕ ਨੇ, ਐਲਡਰਲੀ ਦੇ ਜਿਹੜੇ ਬੱਚੇ ਨੇ ਉਹ ਘਰੋਂ ਦੂਰ ਰਹਿ ਰਹੇ ਨੇ ਬਿਕਾਜ਼ ਆਫ ਵਰਕ, ਕੰਮ ਦੇ ਕਾਰਨ ਕਰਕੇ ਉਹ ਆਪਣੇ ਪੈਰੈਂਟਸ ਨਾਲ ਨਹੀਂ ਰਹਿ ਪਾ ਰਹੇ। ਅੱਗੇ ਦੇਖੋ ਫਿਰ ਅਸੀਂ ਇਹੀ ਪਾਰਟੀਸਲ ਵਾਲਾ ਸਟਰਕਚਰ ਯੂਜ਼ ਕੀਤਾ, ਨਰਸ ਦੀ ਜਗ੍ਹਾ ਅਸੀਂ ਲੈ ਲਿਆ ਨਰਸਿੰਗ, ਨਾਲ ing ਲਗਾਤਾ ਬਾਬੇ। ਨਰਸਿੰਗ 올ਡ ਪੀਪਲ ਇਜ਼ ਡਿਫਿਕਲਟ ਫॉर them, ਅਸੀਂ ਫਿਰ ਉਹੀ ਸਟਰਕਚਰ ਦਾ ਯੂਜ਼ ਕਰ ਲਿਆ ਪਾਰਟੀਸਿਪਲ ਦਾ, that ਨਰਸਿੰਗ ਮਤਲਬ ਦੇਖ ਰੇਖ ਕਰਨੀ, ਉਹਨਾਂ ਦੇ ਟੇਕ ਕੇਅਰ ਕਰਨਾ। ਨਰਸਿੰਗ 올ਡ ਪੀਪਲ ਇਜ਼ ਡਿਫਿਕਲਟ ਫॉर them, ਕਿਉਂਕਿ ਉਹ ਆਪਣੇ ਪੈਰੈਂਟਸ ਦੇ ਨਾਲ ਨਹੀਂ ਰਹਿੰਦੇ, ਉਹ ਘਰੋਂ ਦੂਰ ਰਹਿੰਦੇ ਨੇ, ਇਸ ਕਰਕੇ 올ਡ ਪੀਪਲ ਦਾ ਧਿਆਨ ਰੱਖਣਾ ਜਾਂ ਉਹਨਾਂ ਦੀ ਟੇਕ ਕੇਅਰ ਕਰਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ। ਠੀਕ ਹੈ, ਇਹ ਸਾਡੀ ਹੋ ਗਈ ਸੈਕੰਡ ਲਾਈਨ ਜਿਹਨੂੰ ਅਸੀਂ ਰੀਫਰੇਸ ਕਰ ਲਿਆ। ਹੁਣ ਥਰਡ ਦੇਖੋ, ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਇਸ ਲਾਈਨ ਨੂੰ ਅਸੀਂ ਬਹੁਤ ਸਿੰਪਲ ਤਰੀਕੇ ਨਾਲ ਲਿਖਾਂਗੇ, ਥਰਡ ਪਰਸਨ ਚ ਲਿਖਾਂਗੇ। ਅਸੀਂ ਲਿਖਤਾ ਦਿਸ ਐਸੇ is an attempt to discuss both the aspects। already ਸਾਨੂੰ question ਚ ਪੁੱਛਿਆ both views ਅਸੀਂ discuss ਕਰਨੇ ਆ। so this essay is an attempt means ਕੋਸ਼ਿਸ਼ ਹੈ ਵੀ ਇਸ essay ਦੇ through ਅਸੀਂ ਕੋਸ਼ਿਸ਼ ਕਰਾਂਗੇ to discuss both the aspects, ਦੋਨੋਂ sides ਨੂੰ discuss ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। so ਦੇਖੋ ਸਾਡੇ question ਦੇ ਵਿੱਚ ਤਿੰਨ ਲਾਈਨਾਂ ਸੀਗੀਆਂ ਤੇ ਅਸੀਂ ਤਿੰਨੋਂ ਲਾਈਨਾਂ
ਲਾਈਨਾਂ ਸਾਡੀ ਇੰਟਰੋਡਕਸ਼ਨ 'ਚ ਦੇ ਦਿੱਤੀਆਂ। ਇਹਦੇ ਵਿੱਚ ਅਸੀਂ ਗੋਨ ਆਰ ਦ ਡੇਜ਼ ਦੇ ਸਟਰਕਚਰ ਦਾ ਯੂਜ਼ ਕੀਤਾ, ਉਸ ਤੋਂ ਬਾਅਦ ਪਾਰਟਿਸਿਪਲ ਲਗਾ ਕੇ ਅਸੀਂ ਲਾਈਨਸ ਨੂੰ ਬਣਾਇਆ, ਐਂਡ ਥਰਡ ਦੇ ਵਿੱਚ ਅਸੀਂ ਬੋਥ ਦਾ ਆਸਪੈਕਟਸ ਦੀ ਗੱਲ ਕੀਤੀ। ਬੱਚੋ ਬਹੁਤ ਵਾਰੀ ਬੱਚੇ ਇੱਥੇ ਕੰਪਲਿਕੇਟਡ ਲਾਈਨ ਲਿਖਦੇ ਨੇ, ਬਹੁਤ ਸਾਰੀਆਂ ਵਰਡਸ, ਸੋ ਇੱਥੇ ਜਿੰਨਾ ਤੁਸੀਂ ਈਜ਼ੀ ਹੋ ਸਕੋ ਲਿਖਣ ਦੀ ਲੋੜ, ਮਤਲਬ ਲਿਖੋ, ਕਿਉਂਕਿ ਇੱਥੇ ਤੁਸੀਂ ਜਿੰਨਾ ਮਰਜ਼ੀ ਕੰਪਲਿਕੇਟਡ ਲਿਖੋ, ਬੈਂਡਸ ਤੁਹਾਡੇ ਇਸ ਲਾਈਨ ਦੇ ਨਾਲ ਨਹੀਂ ਵਧਣਗੇ। Try to be as simple as you can. So ਅਸੀਂ ਇੱਥੇ ਬਹੁਤ ਸਿੰਪਲ ਤਰੀਕੇ ਨਾਲ ਲਿਖਤਾ that this essay is an attempt to discuss both the aspects. That's it. So this is it for introduction. Now let's move on to body paragraph 1. So talking about BP1, ਹੁਣ ਤੁਸੀਂ ਦੇਖੋ ਸਾਡਾ question ਹੈ, some people believe that it is responsibility of families to look after the elderly. ਹੁਣ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ ਕਿ why it is the responsibility of the families to look after the elderly, ਕਿ elderly ਲੋਕ ਜਾਂ ਜਿਹੜੇ old people ਹੈ ਉਹਨਾਂ ਨੂੰ ਆਪਣੀ ਫੈਮਿਲੀ ਨਾਲ ਕਿਉਂ ਰਹਿਣਾ ਚਾਹੀਦਾ। ਹੁਣ ਅਸੀਂ BP1 ਡਿਸਕਸ ਕਰਾਂਗੇ ਕਿ ਕਿਉਂ ਰਹਿਣਾ ਚਾਹੀਦਾ। ਹੁਣ ਜੇ ਅਸੀਂ ਇਹ ਗੱਲ ਕਰਾਂਗੇ ਵੀ ਕਿਉਂ ਰਹਿਣਾ ਚਾਹੀਦਾ, ਮਤਲਬ ਕਿ ओल्ड लोगों का अपनी फैमिली ਨਾਲ ਰਹਿਣ ਦੇ ਕੀ ਫਾਇਦੇ ਨੇ, ਜੇ ਅਸੀਂ ਫਾਇਦੇ ਡਿਸਕਸ ਕਰਾਂਗੇ। ਸਾਡੀ ਪਹਿਲੀ ਲਾਈਨ ਲਿਖੋ, there are enormous benefits of elderly people living with their family members। ਹੁਣ ਇਹ ਸਾਡੀ ਹੈ ਟੌਪਿਕ ਸੈਂਟੈਂਸ। BP1 ਦਾ ਸਾਡਾ ਟੌਪਿਕ ਸੈਂਟੈਂਸ ਹੈ, ਰਾਈਟ, there are enormous benefits। ਤੁਸੀਂ BP1 ਨੂੰ ਆਪਣੇ ਕਿਸੇ ਵੀ BP1 ਵਿੱਚ ਸ਼ੁਰੂ ਕਰ ਸਕਦੇ ਹੋ। there are enormous benefits, enormous means a lot of, so there are enormous benefits of। ਉਸ ਤੋਂ ਬਾਅਦ ਹੁਣ ਇੱਥੇ ਕਿਉਂਕਿ ਸਾਡਾ ਟੌਪਿਕ ਐਲਡਰਲੀ ਪੀਪਲ ਨਾਲ ਰਿਲੇਟਡ ਸੀਗਾ, ਤੁਸੀਂ ਆਪਣੇ ਕੁਐਸਚਨ ਦੇ ਸਾਹਮਣੇ ਲਿਖ ਸਕਦੇ ਹੋ। ਜਿੱਦਾਂ ਮੈਂ ਤੁਹਾਨੂੰ ਟੈਕਨੋਲੋਜੀ ਦੇ ਅੱਜ ਵੀ ਯੂਜ਼ ਆਫ ਟੈਕਨੋਲੋਜੀ ਦੇ ਤੁਸੀਂ ਲਿਖ ਸਕਦੇ ਹੋ there are enormous benefits of using technology। ਸਾਈਕਲਿੰਗ ਤੇ ਆ ਜਾਵੇ, ਸਪੋਰਟਸ ਤੇ ਆ ਜਾਵੇ, there are enormous benefits of playing sports, there are enormous benefits of cycling। so according to question ਤੁਸੀਂ ਚੇਂਜ ਕਰ ਸਕਦੇ ਹੋ। ਹੁਣ ਇੱਥੇ ਲਿਖਤਾ there are enormous benefits, ਕਿਉਂਕਿ ਇਸ ਪੈਰਾਗ੍ਰਾਫ ਦੇ ਵਿੱਚ ਅਸੀਂ ਟੌਪਿਕ ਸੈਂਟੈਂਸ ਕਲੀਅਰ ਕਰ ਦਿੱਤਾ ਕਿ ਅਸੀਂ ਇਸ ਪੈਰਾਗ੍ਰਾਫ ਦੇ ਵਿੱਚ BP1 ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਕਿ ਫੈਮਲੀਜ਼ ਜੇ ਆਪਣੇ ओल्ड पीपल जे अपनी फैमिलीज दे फैमिली मैंबर्स नाल रहणगे ते ओहदे की फायदे होणगे। सो ऑफ एल्डरली पीपल, ओल्ड एज लोगों का असीं एल्डरली पीपल लिखिਆ लिविंग विद देयर फैमिली मैंबर्स। ये साडा हो गया टॉपिक सेंटेंस। हर एक BP1 BP2 एक बिगिनिंग टॉपिक सेंटेंस तो ही होंदी है। इस असीं टॉपिक सेंटेंस लिख लिया, अगे असीं डिस्कस करांगे बेनिफिट्स। सो पहला साडा आ गया फर्स्टली, दिस इज अ कनैक्टर जिहड़ा असीं यूज कीता फर्स्टली। they have wealth of knowledge, experience and skills। so क्योंकि they इत्थे कहते हैं elderly लोगों ਨੂੰ, so elderly लोगों ਦਾ ਅਸੀਂ pronoun यूज ਕੀਤਾ कि they have wealth of knowledge। ਉਹਨਾਂ ਕੋ knowledge ਦੀ wealth है, मतलब knowledge ਦਾ ਭੰਡਾਰ ਹੈ ਉਹਨਾਂ ਕੋ। then experience and skills, क्योंकि ਜਿਹੜੇ elderly ਲੋਕ ਨੇ ਉਹਨਾਂ ਕੋ knowledge है, experience है और skills ने जिनकी as a result they can be extremely helpful to the youth of the family when any trouble arises। so ਉਹਨਾਂ ਕੋ ਜਿਹੜੀ knowledge ਹੈ ਜਾਂ experience ਹੈ ਜਾਂ skills ਨੇ ਜਿਹੜੀਆਂ ਕਿ as a result ਅਸੀਂ ਤੇ output ਦੇਤਾ ਕਿ ਉਹਦਾ ਕੀ ਹੋਏਗਾ ਜੇ ਅਸੀਂ old ਲੋਕ फैमिली मैंबर्स में रहेंगे तो ਜਿਹੜੇ ਉਹਨਾਂ ਕੋ skills ਨੇ ਜਾਂ experience ਹੈ ਜਾਂ knowledge ਹੈ ਉਹ ਬਹੁਤ helpful ਹੋ ਸਕਦਾ ਹੈ, extremely helpful ਹੋ ਸਕਦਾ ਹੈ फैमिली ਦੇ यूथ वास्ते। यूथ मीनस उन्होंने बच्चों वास्ते या ग्रैंड चिल्ड्रन वास्ते when any trouble arises, कोई भी प्रॉब्लम होवे तद उन्होंने जो एक्सपीरियंस है या नॉलेज है या स्किल्स ने वो फैमिली के यूथ वास्ते, फैमिली के यंग लोगों वास्ते हेल्पफुल हो सकता है। ये सब हो गया फर्स्ट पॉइंट। सेकेंडली असी सेकेंड क्योंकि फर्स्ट पॉइंट डिस्कस किया, सेकेंड पॉइंट वाले अगे असी लगाता है सेकेंडली दे शावर द वार्मथ ऑफ देयर लव एंड इमोशंस ऑन द यंगस्टर्स। हुण ये भी दे कादे लई ओल्ड पीपल लई शावर मतलब बरसाना, द वार्मथ ऑफ देयर लव एंड इमोशंस ऑन द यंगस्टर्स कि ਜਿਹੜੇ ओल्ड लोग ने वो अपने बच्चों ਨੂੰ या अपने ग्रैंड चिल्ड्रन ਤੇ अपना प्यार या अपने लविंग इमोशंस बरसाते हैं ऑन द यंगस्टर्स। सो अगे ਅਸੀਂ लिखिਆ कि ਅੱਜ ਦੇ ਜਿਹੜੇ इन टुडेज स्ट्रेसफुल एंड हाईली कंपीटिटिव लाइफ, ਅੱਜ ਦੀ ਜਿਹੜੀ स्ट्रेसफुल और कंपटीशन भरी लाइफ है, कट थ्रोट कंपटीशन है, सच लव इज अ बून फॉर यंग लाइफ। सो ये ਜਿਹੜਾ प्यार है ਜਿਹੜਾ ओल्ड पीपल ਸਾਡੇ यंगस्टर्स ਨੂੰ ਦਿੰਦੇ हैं इज अ बून। So boon means Ashirwad, which boon means Vardhan. Boon for young life, burdened with daily strife. So burdened, so daily strife means difficulty। कहते कि जेडे young लोग ने जेडा इन्ना stress ले रहे ने, daily stress ने, चाहे job का stress है या किसी भी तरह का stress है, जेडे old people ने जेडा उन्होंने प्यार एक वरदान है
ਯੰਗ ਲੋਕਾਂ ਲਈ ਜਿਹੜੇ ਰੋਜ਼ਮਰਾ ਦੀ ਡਿਫਿਕਲਟੀਜ਼ ਨਾਲ ਜੂਝਦੇ ਨੇ, ਸੋ ਉਹਨਾਂ ਦੇ ਲਈ ਇੱਕ ਆਸ਼ੀਰਵਾਦ ਹੈ, ਇੱਕ ਵਰਦਾਨ ਹੈ। ਦੈਨ ਥਰਡ ਪੁਆਇੰਟ, thirdly, today's young people achieve success ਹੁਣ because of contributions from senior citizens। ਹੁਣ ਅੱਜ ਅਸੀਂ ਜੋ ਵੀ ਹਾਂ, it's all because of our parents ਜਾਂ ਸਾਡੇ ਗ੍ਰੈਂਡ ਪੈਰੈਂਟਸ, ਉਹਨਾਂ ਨੇ ਜੋ ਵੀ ਸੋਸਾਇਟੀ ਲਈ ਕੀਤਾ, ਇਹ ਸਾਡੇ ਲਈ ਕੀਤਾ, ਸਾਡੇ ਲਈ ਇੰਨੀਆਂ ਮਿਹਨਤਾਂ ਕੀਤੀਆਂ, ਇੰਨੇ ਐਫਰਟਸ ਕੀਤੇ, ਸਾਨੂੰ ਪਾਲਿਆ, ਪੜ੍ਹਾਇਆ, ਲਿਖਾਇਆ, ਸਭ ਕੁਛ। ਇਟਸ ਆਲ ਬਿਕਾਜ਼ ਆਫ ਦ parents, right? So jad ਉਹਨਾਂ ਦਾ old age ਹੋ ਜਾਊਗਾ, then it is the responsibility of the family or responsibility of the children ਕਿ ਉਹ ਆਪਣੇ parents ਦਾ ਧਿਆਨ ਰੱਖਣ ਜਾਂ ਆਪਣੇ grandparents ਦਾ ਧਿਆਨ ਰੱਖਣ। ਅਸੀਂ ਇਹੀ point ਲਿਖਿਆ ਕਿ they have spent, so today's young people achieve success because of the contributions from senior citizens। So senior citizens, elderly or old people ਦਾ ਅਸੀਂ synonym ਲਾ ਲਿਆ। they have spent money, टाइम एंड एफर्ट्स, उन्होंने बहुत ज़्यादा टाइम सानू दिता है, पैसे दिते ने, बहुत ज़्यादा एफर्ट्स लगाए ने टू मेक द वर्ल्ड बेटर फॉर देयर चिल्ड्रन एंड ग्रैंड चिल्ड्रन। सो जो भी एफर्ट्स करते हैं या टाइम स्पेंड करते हैं अपनी जिंदगी जी उन्होंने अपने बच्चों लिए या अपने ग्रैंड चिल्ड्रन लिए बिताते हैं। सो एंड से लिखता अबैंडनिंग दैम, सेम असी वही स्ट्रक्चर का इस्तेमाल किया, पार्टिसिपेंट का वर्ब दी फर्स्ट फॉर्म प्लस आईएनजी दे नाल। Abandoning means छड़ देना, abandon means छड़ देना, so abandoning them means old people, so abandoning them in the evening of their lives। so evening of their lives, जिंदगी दी evening मतलब शाम, मतलब बुढ़ापा, so उन्होंने दे बुढ़ापे च छड़ देना, evening of their life से expression है। so abandoning them in the evening of their life is not appropriate, ये सही नहीं है। so BP1 ਦੇ ਵਿੱਚ ਅਸੀਂ डिस्कस कर दिता कि ਕਿਹੜੇ ਪੁਆਇੰਟਸ ਕਿ ਐਲਡਰਲੀ ਲੋਕਾਂ ਨੂੰ ਆਪਣੀ ਫੈਮਲੀਜ਼ ਨਾਲ ਕਿਉਂ ਰਹਿਣਾ ਚਾਹੀਦਾ ਹੈ। ਅਸੀਂ ਸਾਰੇ ਪੁਆਇੰਟਸ ਡਿਸਕਸ ਕਰਤੇ ਬਾਈ ਯੂਜ਼ਿੰਗ ਕਨੈਕਟਰਸ, ਫਰਸਟਲੀ, ਸੈਕੰਡਲੀ, ਥਰਡਲੀ, 3 ਪੁਆਇੰਟਸ ਡਿਸਕਸ ਕੀਤੇ। ਨਾਲ ਅਸੀਂ ਐਂਡ ਵਾਲੀ ਲਾਈਨ 'ਚ ਇਹ ਕਲੀਅਰ ਕਰ ਦਿੱਤਾ ਕਿ ਉਹਨਾਂ ਨੂੰ ਨਾ ਜ਼ਿੰਦਗੀ ਦੀ ਸ਼ਾਮ ਮਤਲਬ ਬੁਢਾਪੇ ਵਿੱਚ ਛੱਡਣਾ ਇੱਕ ਸਹੀ ਗੱਲ ਨਹੀਂ ਹੈ। ਹੁਣ ਅਸੀਂ ਮੂਵ ਔਨ ਕਰਾਂਗੇ BP2 'ਚ, ਜਿਹਦਾ ਅਸੀਂ ਦੂਸਰਾ ਕੰਟਰਾਸਟ डिस्कस करेंगे कि गवर्नमेंट की रिस्पॉन्सिबिलिटी है कि गवर्नमेंट को रिटायरमेंट होम्स देने चाहिए जिथे इन्हों की प्रॉपर केयर हो सके। वो असी पॉइंट्स डिस्कस करेंगे और फिर बढ़ांगे असी अपने कंक्लूजन वाल। सो चलो बढ़ते हैं BP2 वाल। सो टॉकिंग अबाउट BP2, हुण असी अपनी सैकेंड लाइन देखते हैं क्वेश्चन की, जिस लिखा है while others say that government should provide retirement homes for them where they can be looked after properly। so इस क्वेश्चन जी लिखा कि सरकार की जिम्मेवारी बनती है कि वो रिटायरमेंट होम्स दवे एल्डरली लोगों ने जिथे उन्होंने देख रेख प्रॉपरली हो सके। ਹੁਣ ਤੁਸੀਂ ਦੇਖੋ ਸਾਡਾ ਸੈਕਿੰਡ ਜਿਹੜਾ BP2 ਅਸੀਂ ਡਿਸਕਸ ਕੀਤਾ, ਸਾਡਾ ਟੌਪਿਕ ਸੈਂਟੈਂਸ, ਜੇ ਅਸੀਂ BP1 ਲਿਖਿਆ ਉਹਦੇ 'ਚ ਵੀ ਅਸੀਂ ਟੌਪਿਕ ਸੈਂਟੈਂਸ ਦੀ ਸ਼ੁਰੂਆਤ ਕੀਤੀ, ਹੁਣ BP2 'ਚ ਵੀ ਸਾਡਾ ਟੌਪਿਕ ਸੈਂਟੈਂਸ ਦੇਖੋ ਟੂ ਸਪੋਰਟ ਦੀ ਆਰਗੂਮੈਂਟ, ਕਿਉਂਕਿ ਹੁਣ ਅਸੀਂ BP2 ਦੇ ਵਿੱਚ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਦੀ ਗੱਲ ਕਰ ਰਹੇ ਹਾਂ, ਇਸ ਆਰਗੂਮੈਂਟ ਨੂੰ ਸਪੋਰਟ ਕਰ ਰਹੇ ਹਾਂ। ਸੋ ਸਾਡਾ ਟੌਪਿਕ ਸੈਂਟੈਂਸ ਹੈ ਟੂ ਸਪੋਰਟ ਦੀ ਆਰਗੂਮੈਂਟ दैट गवर्नमेंट शुड undertake the obligation to take care of senior citizens by providing them retirement homes। ਹੁਣ obligation ਦਾ ਮਤਲਬ ਹੈ ਰਿਸਪੌਂਸਿਬਿਲਿਟੀ, ਅਸੀਂ ਸਿਨੋਨਿਮ ਲੈ ਰਹੇ ਰਿਸਪੌਂਸਿਬਿਲਿਟੀ ਦਾ obligation, ਉਸ ਤੋਂ ਬਾਅਦ to take care, look after ਦਾ ਸਿਨੋਨਿਮ ਆ ਗਿਆ ਸਾਡੇ ਕੋਲ take care, ਉਸ ਤੋਂ ਬਾਅਦ senior citizens elderly ਦਾ ਸਿਨੋਨਿਮ ਹੈ by providing them retirement homes। ਤੁਸੀਂ ਉੱਤੇ old age homes ਵੀ ਲਿਖ ਸਕਦੇ ਹੋ। ਹੁਣ BP1 ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਪੁਆਇੰਟਸ, ਹੁਣ ਇਸ ਪੈਰਾਗ੍ਰਾਫ ਦੇ ਵਿੱਚ ਅਸੀਂ ਪੁਆਇੰਟਸ ਡਿਸਕਸ ਕਰਾਂਗੇ ਕਿ ਗਵਰਨਮੈਂਟ ਰਿਸਪੌਂਸਿਬਿਲਿਟੀ क्यों है, राइट। BP1 ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ओल्ड एज लोग ਜਿਹੜੇ ਨੇ ਉਹ ਫੈਮਿਲੀ ਦੇ ਨਾਲ ਕਿਉਂ ਰਹਿਣੇ ਚਾਹੀਦੇ ਆ, ਉਹਦੇ ਕੀ ਬੈਨੀਫਿਟਸ ਨੇ, ਅਸੀਂ ਟੌਪਿਕ ਸੈਂਟੈਂਸ ਦੇ ਕੇ ਪੁਆਇੰਟਸ ਡਿਸਕਸ ਕੀਤੇ। ਹੁਣ BP2 ਦੇ ਵਿੱਚ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਜਾਂ ਸਰਕਾਰ ਦੀ ਜ਼ਿੰਮੇਵਾਰੀ ਕਿਉਂ ਹੈ, ਅਸੀਂ ਉਹ ਟੌਪਿਕ ਸੈਂਟੈਂਸ ਦੇ ਕੇ ਅਸੀਂ ਉਹ ਪੁਆਇੰਟਸ ਡਿਸਕਸ ਕਰਾਂਗੇ। ਹੁਣ ਸਾਡਾ ਪਹਿਲਾ ਪੁਆਇੰਟ ਦੇਖੋ, BP1 ਦੇ ਵਿੱਚ ਅਸੀਂ ਫਰਸਟਲੀ ਸੈਕੰਡਲੀ ਕਰਕੇ ਪੁਆਇੰਟਸ ਡਿਸਕਸ ਕੀਤੇ, ਇਹਦੇ 'ਚ ਅਸੀਂ ਲਿਖਿਆ ਦ ਫਰਸਟ ਵਿਊ ਪੁਆਇੰਟ ਇਜ਼, ਰਾਈਟ। ਹੁਣ ਇਹਦਾ ਫਰਸਟ ਵਿਊ ਪੁਆਇੰਟ ਕੀ ਹੈ? In a democracy in which people vote their government to power, the elderly also exercise this right। कहते हैं in a democracy, in a democratic country, ਹੁਣ ਸਾਡੀ ਇੰਡੀਆ ਵੀ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਜਿਹਦੇ ਵਿੱਚ ਅਸੀਂ ਖੁਦ ਵੋਟ ਕਰਕੇ ਸਰਕਾਰ ਨੂੰ ਚੂਜ਼ ਕਰਦੇ ਹਾਂ। ਸੋ ਇਨ ਅ ਡੈਮੋਕ੍ਰੇਸੀ ਇਨ ਵਿਚ, ਹੁਣ ਅਸੀਂ ਵਿਚ ਯੂਜ਼ ਕਰਕੇ ਸੈਂਟੈਂਸ ਨੂੰ ਕੰਪਲੈਕਸ ਬਣਾਤਾ। ਤੁਸੀਂ ਸਾਡੀ ਰਾਈਟਿੰਗ ਟਾਸਕ 2 ਦੀ ਪਹਿਲੀ ਵੀਡੀਓ ਜਾ ਕੇ ਦੇਖੋ, ਉਹ 'ਚ ਅਸੀਂ ਡਿਟੇਲ 'ਚ ਡਿਸਕਸ ਕੀਤਾ ਕਿ ਅਸੀਂ सेंटेंसेस ਨੂੰ ਕੰਪਲੈਕਸ ਕਿੱਦਾਂ ਬਣਾਉਣਾ ਹੈ, ਰਾਈਟ। ਸੋ ਪੀਪਲ ਵੋਟ ਦੇयर ਗਵਰਨਮੈਂਟ ਟੂ ਪਾਵਰ, ਲੋਕੀ ਵੋਟ ਪਾ ਕੇ ਸਰਕਾਰ ਨੂੰ ਪਾਵਰ 'ਚ ਲੈ ਕੇ ਆਉਂਦੇ ਨੇ। ਦ elderly also exercise this power। elderly means old people, so old people ਵੀ ਇਸ ਰਾਈਟ ਦਾ ਇਸਤੇਮਾਲ ਕਰਦੇ ਨੇ, ਉਹ ਵੀ ਵੋਟ ਪਾ ਕੇ ਸਰਕਾਰ
ਪਾਵਰਡ ਬਾਈ ਪੀਪਲ। ਸੋ ਜਿਹੜੀ ਸਰਕਾਰ ਨੂੰ ਲੋਕਾਂ ਨੇ ਵੋਟ ਪਾ ਕੇ ਪਾਵਰ 'ਚ ਲੈ ਕੇ ਆਂਦਾ, ਉਹਦੇ 'ਚ ਉਹ ਐਲਡਰਲੀ ਲੋਕ ਵੀ ਨੇ ਜਿਨ੍ਹਾਂ ਨੇ ਵੋਟ ਪਾ ਕੇ ਸਰਕਾਰ ਨੂੰ ਪਾਵਰ 'ਚ ਲੈ ਕੇ ਆਂਦਾ, ਮਸਟ ਆਲਵੇਜ਼ ਪ੍ਰੋਟੈਕਟ ਦ ਵੀਕਰ ਸੈਕਸ਼ਨ ਆਫ ਦ ਸੋਸਾਇਟੀ। ਸੋ ਇਹ ਗਵਰਨਮੈਂਟ ਦਾ ਫਰਜ਼ ਬਣਦਾ ਕਿ ਉਹ ਆਪਣੇ सोसाइटी के वीकर सैक्शन ਨੂੰ भी प्रोटेक्ट करे। ਹੁਣ ਸਾਡੇ ਵਿੱਚ ਵੀਕਰ ਸੈਕਸ਼ਨ ਕੀ ਨੇ? ओल्ड पीपल। सो ओल्ड पीपल वीकर सैक्शन ऑफ सोसाइटी है। सो सरकार ਦਾ फर्ज ਬਣਦਾ ਹੈ ਕਿ ਉਹ ਵੀਕਰ ਸੈਕਸ਼ਨ ऑफ सोसाइटी या ओल्ड ਲੋਕਾਂ ਨੂੰ प्रोटेक्ट करे बाय प्रोवाइडिंग देम रिटायरमेंट होम्स या ओल्ड एज होम्स। सो ये साਡਾ हो गया एक पॉइंट। सेकंड पॉइंट, मोर ओवर in most families men and women are working outside, क्योंकि ज़्यादातर families आजकल मॉडर्न सोसाइटी है, मॉडर्न सेटअप है एंड बहुत ज़्यादा इन्फ्लेशन है, सारे लोग करियर ओरिएंटेड हैं। सो men and women both are working outside, वो बाहर जाके काम करते हैं। सो as a result taking care of sick or elderly people is beyond their comprehension। सो कारणवश की है कि ओल्ड लोगों का या सिक लोगों का ध्यान रखना, देखो टेकिंग केयर से फिर पार्टिसिपल का इस्तेमाल किया, is beyond their comprehension। So beyond their comprehension means, beyond the comprehension means बसों बाहर। ਹੁਣ देर ऐसे यंग लोगों ने यूज़ किया, यंग मैन एंड वुमेन ਲਈ देर। ਹੁਣ ਮੰਨ ਲਓ ਮੈਨੂੰ ਕੋਈ ਕਹੇ ਕਿ ਤੂੰ ਇਹ ਕੰਮ ਕਰ ਸਕਦੀ ਹੈ, ਮੈਂ ਕਹੂੰਗੀ ਨਹੀਂ ਯਾਰ ਇਹ ਮੇਰੇ ਬਸੋਂ ਬਾਹਰ ਹੈ ਜਾਂ ਇਹ ਮੇਰੇ ਬਸ ਦੀ ਗੱਲ ਨਹੀਂ ਹੈ। ਸੋ ਆਈ ਵੁੱਡ ਸੇ no I can't do it, it's beyond my comprehension, right? So ਇੱਥੇ ਅਸੀਂ यूज़ ਕੀਤਾ that taking care of sick or elderly people is beyond their comprehension। बसों बाहर की गल है, बस की गल नहीं है। बिकॉज इन दी एबसेंस ऑफ यंग पीपल, अगे असी रीजन दसदा, रिजल्ट दसदा, क्योंकि जे हुण यंग पीपल नहीं रहेंगे क्योंकि वो काम ते बाहर गए हैं, ओल्ड पीपल कैन फॉल प्रे टू एक्सीडेंट्स। सो फॉल प्रे का मतलब शिकार होना। कहते जे यंग पीपल नहीं रहेंगे, उन्होंने एबसेंस चो काम ते जाएंगे, तो जोड़े ओल्ड पीपल ने या घर जोड़े ओल्डीज ने दे कैन फॉल, शिकार हो सकते हैं एक्सीडेंट्स का। ਹੁਣ ਕਿੱਦਾਂ ਦੇ ਐਕਸੀਡੈਂਟਸ ਮੰਨ ਲਓ ਡਿੱਗ ਸਕਦੇ ਨੇ ਜਾਂ ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਲੱਗ ਸਕਦਾ ਹੈ ਜਾਂ ਗੈਸ ਆਨ ਕਰਕੇ ਭੁੱਲ ਜਾਣ ਜਾਂ ਘਰ ਕੋਈ ਆ ਜਾਵੇ ਤਾਂ ਆਪਣੇ ਨੂੰ ਸੇਫ ਨਹੀਂ ਕਰ ਸਕਦੇ, ਆਪਣਾ ਬਚਾਅ ਨਹੀਂ ਕਰ ਸਕਦੇ। ਸੋ ਦਿਸ ਇਜ਼ ਵਾਟ, ਸੋ ਅਸੀਂ ਲਿਖਤਾ ਕੈਨ ਫਾਲ ਪ੍ਰੇ ਟੂ ਐਕਸੀਡੈਂਟਸ। ਸੋ ਦੇਖੋ ਅਸੀਂ ਇਸ BP2 ਦੇ ਵਿੱਚ ਸੇਮ ਸਟਰਕਚਰ ਫੋਲੋ ਕੀਤਾ। ਅਸੀਂ ਪਹਿਲਾਂ ਇੱਕ ਟੌਪਿਕ ਸੈਂਟੈਂਸ ਦਿੱਤਾ, ਉਸ ਤੋਂ ਬਾਅਦ ਪੁਆਇੰਟ ਦਿੱਤਾ, ਫਿਰ ਉਹਨੂੰ ਐਕਸਪਲੇਨ ਕੀਤਾ ਕਿ ਜੇ ਪੁਆਇੰਟ ਹੈ ਤਾਂ ਕਿਉਂ ਹੈ, ਫਿਰ ਅਸੀਂ ਸੈਕੰਡ ਪੁਆਇੰਟ ਦਿੱਤਾ, ਫਿਰ ਉਹਨੂੰ ਅਸੀਂ ਇੱਥੇ ਐਕਸਪਲੇਨ ਕੀਤਾ। ਸੋ ਦਿਸ इज it for BP2। Now moving on to the last part which is conclusion। ਹੁਣ ਤੁਸੀਂ ਦੇਖੋ ਅਸੀਂ already discuss both views, ਉਹ ਅਸੀਂ already ਕਰ ਚੁੱਕੇ ਹਾਂ। ਹੁਣ give your opinion, ਅਸੀਂ ਆਪਣੀ opinion ਦੇਣੀ ਹੈ conclusion ਦੇ ਵਿੱਚ। in essence means to conclude ਜਾਂ in crux, ਤੁਸੀਂ ਕੁਝ ਵੀ use ਕਰ ਸਕਦੇ ਹੋ। to conclude ਲਿਖ ਦੋ, in crux ਲਿਖ ਦੋ, ਕੁਝ ਵੀ ਲਿਖ ਦੋ, right? So ending part, in essence we owe a debt of gratitude to our parents and grandparents। सो वी ओ अ डेट ऑफ ग्रैटिट्यूड मीनस ਅਸੀਂ ਸ਼ੁਕਰਗੁਜ਼ਾਰੀ ਦਾ ਕਰਜ਼ਾ ਹੈ ਸਾਡੇ ਤੇ ਆਪਣੇ ਪੈਰੈਂਟਸ ਦਾ ਤੇ ਗ੍ਰੈਂਡਪੈਰੈਂਟਸ ਦਾ, ਵੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਆਪਣੇ ਪੈਰੈਂਟਸ ਔਰ ਗ੍ਰੈਂਡਪੈਰੈਂਟਸ ਦੇ ਫॉर ਆਲ ਦਾ ਲਵ ਐਂਡ ਅਫੈਕਸ਼ਨ ਜੋ ਉਹਨਾਂ ਨੇ ਸਾਨੂੰ ਦਿੱਤਾ। ਸੋ ਵੀ ਓ ਅ ਡੈਟ ਆਫ ਗ੍ਰੈਟਿट्यूड ਟੂ ਆਵਰ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ। ਸੋ ਦੋਜ਼ who are in the last days of their life। so कौन है last days of their grandparents, क्योंकि वो old ने। so those who are in the last days of their lives must feel that they are by no means a burden on young ones। so ਉਹਨਾਂ ਨੂੰ ਇਹ ਫੀਲ ਹੋਣਾ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਨਾਲ, by no means means ਕਿਸੇ ਵੀ ਤਰ੍ਹਾਂ ਨਾਲ ਬੋਝ ਨਹੀਂ ਨੇ। a burden means ਬੋਝ on the young ones, ਆਪਣੇ ਬੱਚਿਆਂ ਤੇ ਜਾਂ ਆਪਣੇ ਗ੍ਰੈਂਡਚਿਲਡਰਨ ਤੇ ਉਹ ਕਿਸੇ ਵੀ ਤਰ੍ਹਾਂ ਦੇ ਬੋਝ ਨਹੀਂ ਹੈ। ਉਹਨਾਂ ਨੂੰ ਅੱਛਾ ਫੀਲ ਹੋਣਾ ਚਾਹੀਦਾ, ਉਹਨਾਂ ਨੂੰ ਇੱਦਾਂ ਨਹੀਂ ਫੀਲ ਹੋਣਾ ਚਾਹੀਦਾ ਵੀ ਉਹ ਬੋਝ ਨੇ, ਰਾਈਟ? ਸੋ ਐਂਡਿੰਗ 'ਚ ਅਸੀਂ ਆਪਣੀ ਓਪੀਨੀਅਨ ਦੇਤੀ। ਸੋ ਇਟ ਕੈਨ ਬੀ ਕੰਕਲੂਡਡ that families must take care of elderly। so ਜਿਹੜੇ elderly ਨੇ ਜਾਂ old people ਨੇ ਉਹਨਾਂ ਨੂੰ ਆਪਣੀ families ਦੇ ਨਾਲ ਹੀ ਰਹਿਣਾ ਚਾਹੀਦਾ ਹੈ। so families ਦੀ responsibility ਹੈ ਤਾਂ ਕਿ ਉਹ ਆਪਣੇ elderly ਆਪਣੇ senior citizens ਦਾ ਧਿਆਨ ਰੱਖਣ। so that's it for conclusion। I hope it's clear to you all। So thank you for watching this video। I hope ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ ਇਸ ਵੀਡੀਓ 'ਚ। ਐਂਡ ਆਈ ਅਸ਼ੋਰ ਯੂ ਕਿ ਅਸੀਂ ਆਪਣੀ ਅਪਕਮਿੰਗ ਵੀਡੀਓਜ਼ 'ਚ ਹੋਰ ਵੀ ਬਹੁਤ ਸਾਰਾ ਇੰਟਰਸਟਿੰਗ ਤੇ ਇਨਫੋਰਮੇਟਿਵ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ। ਮੈਨੂੰ ਕਮੈਂਟਸ 'ਚ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਔਰ ਤੁਸੀਂ ਹੋਰ ਸਾਡੀ ਅਪਕਮਿੰਗ ਵੀਡੀਓਜ਼ ਕਿਹਨਾਂ ਟੌਪਿਕਸ ਤੇ ਚਾਹੁੰਦੇ ਹੋ ਅਸੀਂ ਕਿਹਨਾਂ ਟੌਪਿਕਸ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਈਏ। Till then, subscribe our channel, keep supporting, keep loving your only English learning channel, True Stone English Guru।